किताब तूफानां दा शाह असवार शहीद करतार सिंह सराभा। लेखक सरदार अजमेर सिंह। भाग 9वां। आवाज़ भाई गुरजंट सिंह रूपोवाली। अमरीका कनेडा अंदर धर्म प्रचार। ਸਟਾਕਟਨ ਵਿਖੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਅਤੇ ਨਸਲੀ ਭੇਦਭਾਵ ਬਾਰੇ ਸਿੱਖ ਤੇ ਹਿੰਦੂ ਦ੍ਰਿਸ਼ਟੀਕੋਣ ਦਾ ਵਖਰੇਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਕੈਨੇਡਾ ਅੰਦਰ ਧਰਮ ਪ੍ਰਚਾਰ। ਪ੍ਰੋਫੈਸਰ ਤੇਜਾ ਸਿੰਘ ਨੇ ਇਹ ਬੇਨਤੀ ਪ੍ਰਵਾਨ ਕਰਦਿਆਂ ਹਫ਼ਤੇ ਕੁ ਭਰ ਲਈ ਕੈਲੀਫੋਰਨੀਆ ਵਿੱਚ 1-2 ਜਗ੍ਹਾ ਲੈਕਚਰ ਕੀਤੇ ਅਤੇ ਵਾਪਸ ਮੁੜਦਿਆਂ ਰਾਹ ਵਿੱਚ ਇੱਕ ਰਾਤ ਪੋਰਟਲੈਂਡ ਵਿਖੇ ਬਾਬਾ ਸੋਹਣ ਸਿੰਘ ਭਕਨਾ ਹੋਰਾਂ ਕੋਲ ਗੁਜ਼ਾਰੀ। ਬਾਬਾ ਭਕਨਾ ਅਤੇ ਪ੍ਰੋਫੈਸਰ ਤੇਜਾ ਸਿੰਘ ਪੰਜਾਬ ਤੋਂ ਹੀ ਇੱਕ ਦੂਜੇ ਦੇ ਜਾਣੂ ਸਨ। ਦੋਵੇਂ ਬਾਬਾ ਕੇਸਰ ਸਿੰਘ ਦੀ ਸੰਗਤ ਕਰਿਆ ਕਰਦੇ ਸਨ। ਬਾਬਾ ਭਕਨਾ ਉਸ ਵਕਤ ਆਪਣੇ ਕਾਫੀ ਸਾਰੇ ਸਾਥੀਆਂ ਸਮੇਤ ਲੱਕੜੀ ਦੀ ਇੱਕ ਵੱਡੀ ਮਿੱਲ, ਜਿਸ ਦਾ ਨਾਂ ਮੋਨਾਰਕ ਮਿੱਲ ਸੀ, ਵਿੱਚ ਕੰਮ ਕਰਦੇ ਸਨ। ਇਸ ਮਿੱਲ ਵਿੱਚ 200-250 ਦੇ ਕਰੀਬ ਹਿੰਦੁਸਤਾਨੀ ਕੰਮ ਕਰਦੇ ਸਨ, ਜਿਨ੍ਹਾਂ ਚੋਂ ਵੱਡੀ ਸੰਖਿਆ ਸਿੱਖਾਂ ਦੀ ਸੀ। ਭਾਈ ਊਧਮ ਸਿੰਘ ਕਸੇਲ ਵੀ ਇਸੇ ਮਿੱਲ ਵਿੱਚ ਕੰਮ ਕਰਦੇ ਸਨ। ਮੋਨਾਰਕ ਮਿੱਲ ਵਿੱਚ ਕੰਮ ਕਰਦੇ ਸਾਰੇ ਸਿੱਖ ਭਰਾ ਇਕੱਠੇ ਸਾਂਝੇ ਲੰਗਰ ਵਿੱਚ ਪ੍ਰਸ਼ਾਦਾ ਛਕਦੇ ਤੇ ਕਾਰਖਾਨੇ ਵੱਲੋਂ ਹੀ ਮਿਲੇ ਹੋਏ ਇੱਕ ਕਮਰੇ ਵਿੱਚ ਛੋਟੀ ਬੀੜ ਪ੍ਰਕਾਸ਼ ਕਰਕੇ ਸਤਸੰਗ ਵੀ ਕਰਿਆ ਕਰਦੇ ਸਨ। ਰਾਤ ਨੂੰ ਸਿੰਘਾਂ ਨੇ ਪ੍ਰੋਫੈਸਰ ਤੇਜਾ ਸਿੰਘ ਨਾਲ ਗੁਰਮਤਿ ਵਿਚਾਰਾਂ ਕੀਤੀਆਂ ਅਤੇ ਅਗਲੇ ਦਿਨ ਸਵੇਰੇ ਸਤਿਗੁਰੂ ਦੀ ਹਜ਼ੂਰੀ ਵਿੱਚ ਦੀਵਾਨ ਸਜਿਆ। ਵਾਪਸ ਵੈਨਕੂਵਰ ਪੁੱਜਣ ਤੋਂ ਬਾਅਦ ਪ੍ਰੋਫੈਸਰ ਤੇਜਾ ਸਿੰਘ ਨੇ ਹੋਰਨਾਂ ਗੁਰਮੁਖਾਂ ਨੂੰ ਨਾਲ ਲੈ ਕੇ ਕੈਨੇਡਾ ਤੇ ਅਮਰੀਕਾ ਅੰਦਰ ਅੰਮ੍ਰਿਤ ਪ੍ਰਚਾਰ ਦਾ ਪਹਿਲਾ ਦੌਰਾ ਆਰੰਭ ਕੀਤਾ। ਭਾਈ ਵਰਿਆਮ ਸਿੰਘ ਉਰਫ ਸੁੰਦਰ ਸਿੰਘ, ਭਾਈ ਬਲਵੰਤ ਸਿੰਘ ਖੁਰਦਪੁਰ, ਭਾਈ ਹਰੀ ਸਿੰਘ ਚੋਟੀਆਂ ਅਤੇ ਭਾਈ ਵਰਿਆਮ ਸਿੰਘ ਨੱਥੋਵਾਲ ਦੇ ਜਥੇ ਸਮੇਤ ਪ੍ਰੋਫੈਸਰ ਤੇਜਾ ਸਿੰਘ ਸਭ ਤੋਂ ਪਹਿਲਾਂ ਵਿਕਟੋਰੀਆ ਪੁੱਜੇ। ਭਾਈ ਬਲਵੰਤ ਸਿੰਘ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਇੱਕ ਬੀੜ ਇੱਕ ਬੈਂਤ ਦੀ ਟੋਕਰੀ ਵਿੱਚ ਬੜੇ ਅਦਬ ਨਾਲ ਫੜੀ ਹੋਈ ਸੀ। ਪ੍ਰੋਫੈਸਰ ਤੇਜਾ ਸਿੰਘ ਦੇ ਕਥਾ ਕੀਰਤਨ ਤੇ ਗੁਰਬਾਣੀ ਵਖਿਆਨ ਨੇ ਵਿਕਟੋਰੀਆ ਦੇ ਸਿੱਖਾਂ ਦੇ ਹਿਰਦਿਆਂ ਅੰਦਰ ਸਿੱਖੀ ਪਿਆਰ ਦੀਆਂ ਐਸੀਆਂ ਤਰੰਗਾਂ ਛੇੜ ਦਿੱਤੀਆਂ ਕਿ ਉਹਨਾਂ ਨੇ ਤੁਰੰਤ ਜ਼ਮੀਨ ਖਰੀਦ ਕੇ ਗੁਰਦੁਆਰਾ ਸਾਹਿਬ ਦੀ ਉਸਾਰੀ ਦਾ ਮਤਾ ਪਾਸ ਕਰ ਦਿੱਤਾ ਅਤੇ 2 ਕੁ ਸਾਲਾਂ ਅੰਦਰ ਹੀ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਖੜੀ ਕਰ ਦਿੱਤੀ। ਮਿਸਟਰ ਰਾਬਟਰ ਵਿਲੀਅਮ ਕਲਾਰਕ ਨਾਂ ਦੇ ਜਿਸ ਏਜੰਟ ਰਾਹੀਂ ਗੁਰਦੁਆਰਾ ਸਾਹਿਬ ਲਈ ਜ਼ਮੀਨ ਖਰੀਦੀ ਗਈ ਸੀ, ਉਹ ਗੁਰੂ ਘਰ ਦਾ ਪ੍ਰੇਮੀ ਬਣ ਗਿਆ। ਉਸ ਦੀ ਪਤਨੀ ਦੀ ਬੇਨਤੀ ਪਰ ਵਿਕਟੋਰੀਆ ਵਿਖੇ ਸ਼ਹਿਰ ਦੇ ਉੱਘੇ ਹਾਲ ਵਿੱਚ ਪ੍ਰੋਫੈਸਰ ਤੇਜਾ ਸਿੰਘ ਦੀ ਲੈਕਚਰ ਦਾ ਪ੍ਰਬੰਧ ਕੀਤਾ ਗਿਆ, ਜਿਸ ਨੂੰ ਸੁਣ ਕੇ ਕਈ ਗੋਰੇ ਗੋਰੀਆਂ ਗੁਰੂ ਘਰ ਦੇ ਸ਼ਰਧਾਲੂ ਬਣ ਗਏ। ਵਿਕਟੋਰੀਆ ਤੋਂ ਇਹ ਜਥਾ ਪਾਸਪੋਰਟ ਲੈ ਕੇ ਅਮਰੀਕਾ ਦੇ ਸ਼ਹਿਰ ਸਿਆਟਲ ਚਲਾ ਗਿਆ। ਉੱਥੇ ਵਾਸ਼ਿੰਗਟਨ ਯੂਨੀਵਰਸਿਟੀ ਵਿੱਚ ਬਹੁਤ ਸਾਰੇ ਹਿੰਦੁਸਤਾਨੀ ਪੜ੍ਹਦੇ ਸਨ। ਪ੍ਰੋਫੈਸਰ ਤੇਜਾ ਸਿੰਘ ਨੇ ਯੂਨੀਵਰਸਿਟੀ ਵਿੱਚ ਇੱਕ ਲੈਕਚਰ ਕਰਨ ਤੋਂ ਇਲਾਵਾ ਸਿੱਖ ਵੀਰਾਂ ਨਾਲ ਗੁਰਮਤਿ ਵਿਚਾਰਾਂ ਕੀਤੀਆਂ। ਉੱਥੋਂ ਇਹ ਜਥਾ ਓਰੇਗਨ ਸਟੇਟ ਵਿੱਚ ਪੋਰਟਲੈਂਡ ਚਲਾ ਗਿਆ। ਉੱਥੇ ਬਾਬਾ ਸੋਹਣ ਸਿੰਘ ਭਕਨਾ ਨੇ ਆਪਣੇ ਹੋਰਨਾਂ ਸਿੱਖ ਵੀਰਾਂ ਨਾਲ ਰਲ ਕੇ ਜਥੇ ਦਾ ਨਿੱਘਾ ਸਵਾਗਤ ਕੀਤਾ। ਇੱਕ ਹਫ਼ਤਾ ਜਥਾ ਇੱਥੇ ਟਿਕਿਆ ਤੇ ਬਹੁਤ ਸਾਰੇ ਵੀਰਾਂ ਨੇ ਬੜੇ ਪ੍ਰੇਮ ਤੇ ਸ਼ਰਧਾ ਭਾਵ ਨਾਲ ਅੰਮ੍ਰਿਤਪਾਨ ਕੀਤਾ। ਪੋਰਟਲੈਂਡ ਤੋਂ ਇਹ ਜਥਾ ਕੈਲੀਫੋਰਨੀਆ ਦੀ ਸੰਗਤ ਦੇ ਸੱਦੇ ਉੱਤੇ ਪਲੀਜ਼ੈਂਟਨ ਪੁੱਜਾ। ਉੱਥੇ ਹਫ਼ਤਾ ਭਰ ਪ੍ਰੇਮ ਭਰਿਆ ਸਤਸੰਗ ਹੋਇਆ ਅਤੇ ਵੱਡੀ ਗਿਣਤੀ ਵਿੱਚ ਸਿੱਖ ਵੀਰਾਂ ਨੇ ਅੰਮ੍ਰਿਤ ਛਕਿਆ। ਉਸ ਵੇਲੇ ਭਾਈ ਪ੍ਰਤਾਪ ਸਿੰਘ ਜੀ, ਜਿਹੜੇ ਬਾਅਦ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਦੇ ਜਥੇਦਾਰ ਬਣੇ, ਉੱਥੋਂ ਨੇੜੇ ਹੀ ਇੱਕ ਨਵੀਂ ਬਣਦੀ ਰੇਲਵੇ ਲਾਈਨ ਵਿੱਚ ਮਜ਼ਦੂਰੀ ਕਰਦੇ ਸਨ। ਉਹਨਾਂ ਨੇ ਵੀ ਜਥੇ ਨੂੰ ਆਉਣ ਦਾ ਸੱਦਾ ਦਿੱਤਾ। ਉਹਨਾਂ ਪਾਸ ਕੁਝ ਦਿਨ ਠਹਿਰ ਕੇ ਜਥੇ ਨੇ ਸਤਸੰਗ ਕੀਤਾ ਅਤੇ ਬਹੁਤ ਸਾਰੇ ਵੀਰਾਂ ਨੂੰ ਅੰਮ੍ਰਿਤ ਛਕਾਇਆ। ਇਸ ਤਰ੍ਹਾਂ ਵਿਕਟੋਰੀਆ ਤੇ ਅਮਰੀਕਾ ਦੇ ਕੁਝ ਥਾਵਾਂ ਤੇ ਸੈਂਕੜੇ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਉਣ ਤੋਂ ਬਾਅਦ ਇਹ ਜਥਾ ਵਾਪਸ ਵੈਨਕੂਵਰ ਪਹੁੰਚ ਗਿਆ। ਤੀਜੇ ਕੁ ਦਿਨ ਐਤਵਾਰ ਨੂੰ ਸੰਗਤ ਭਾਰੀ ਗਿਣਤੀ ਵਿੱਚ ਲਗਭਗ 5-6 ਹਜ਼ਾਰ ਗੁਰਦੁਆਰਾ ਸਾਹਿਬ ਵਿਖੇ ਇਕੱਤਰ ਹੋਈ। ਕਥਾ ਕੀਰਤਨ ਤੋਂ ਮਗਰੋਂ ਭਾਈ ਬਲਵੰਤ ਸਿੰਘ ਨੇ ਜਥੇ ਦੀ ਸਾਰੀ ਰਿਪੋਰਟ ਸੰਗਤ ਨੂੰ ਸੁਣਾਈ। ਵੀਰਾਂ ਵਿੱਚ ਅੰਮ੍ਰਿਤ ਪ੍ਰਚਾਰ ਦੀ ਖਬਰ ਸੁਣ ਕੇ ਹਰ ਇੱਕ ਸਿੱਖ ਦਾ ਹਿਰਦਾ ਖਿੜ ਗਿਆ। ਸਾਰਿਆਂ ਨੂੰ ਉਤਸ਼ਾਹ ਹੋਇਆ ਕਿ ਜਿਹੜੇ ਭਰਾ ਕੈਨੇਡਾ ਵਿੱਚ ਅਜੇ
ਰਹਿਤ ਬਹਿਤ ਤੋਂ ਹੀਣੇ ਹਨ, ਉਹ ਵੀ ਤਿਆਰ-ਬਰ ਤਿਆਰ ਹੋ ਜਾਣ। ਇਸ ਗੁਰਮਤਿ ਅਨੁਸਾਰ ਕੈਨੇਡਾ ਵਿੱਚ ਵੀ ਅੰਮ੍ਰਿਤ ਪ੍ਰਚਾਰ ਦੀ ਲਹਿਰ ਚੱਲ ਪਈ। ਵੈਨਕੂਵਰ, ਪੋਰਟ ਮੂਡੀ, ਮਿਲ ਸਾਈਡ, ਐਬਸਫੋਰਡ, ਜਿੱਥੇ ਜਿੱਥੇ ਸਿੱਖ ਸੰਗਤਾਂ ਸਨ, ਬਹੁਤ ਸਾਰੇ ਵੀਰਾਂ ਨੇ ਅੰਮ੍ਰਿਤ ਛਕਿਆ। ਪ੍ਰਚਾਰ ਦਾ ਵਾਧਾ ਅਤੇ ਹੋਰ ਸਾਰੀ ਹਾਲਤ ਦਾ ਵਿਚਾਰ ਕਰਕੇ ਜਥੇਬੰਦੀ ਦੀ ਲੋੜ ਪ੍ਰਤੀਤ ਹੋਈ। ਇਨ੍ਹਾਂ ਦਿਨਾਂ ਵਿੱਚ ਹੀ ਖਾਲਸਾ ਦੀਵਾਨ ਵੈਨਕੂਵਰ ਦੇ ਨਿਯਮ ਤੇ ਉਪ ਨਿਯਮ ਬਣਾ ਕੇ ਇਸ ਨੂੰ ਰਜਿਸਟਰਡ ਕਰਾਇਆ ਗਿਆ। ਕੈਨੇਡਾ ਵਿੱਚ ਗੁਰਮਤਿ ਪ੍ਰਚਾਰ ਨੇ ਇੱਥੋਂ ਤੱਕ ਉੱਨਤੀ ਕੀਤੀ, ਜਿੱਥੇ ਜਿੱਥੇ ਵੀ ਕਾਰਖਾਨਿਆਂ ਵਿੱਚ ਜਾਸਤੀ ਸਿੰਘ ਸਨ, ਉੱਥੇ ਉੱਥੇ ਗੁਰਦੁਆਰੇ ਕਾਇਮ ਹੋ ਗਏ। ਅਨੇਕਾਂ ਢਿੱਲੇ ਹੋ ਚੁੱਕੇ ਸਿੰਘਾਂ ਨੂੰ ਅੰਮ੍ਰਿਤ ਛਕਾਇਆ ਗਿਆ। ਕੌਮੀ ਉੱਨਤੀ ਅਤੇ ਏਕਤਾ ਦੇ ਖਿਆਲ ਆਮ ਭਾਈਆਂ ਦੇ ਮਨਾਂ ਵਿੱਚ ਵਾਸਾ ਕਰ ਗਏ। ਗੁਰਸਿੱਖੀ ਦਾ ਪ੍ਰਚਾਰ ਕੈਨੇਡਾ ਵਿੱਚ ਬਹੁਤ ਹੋਇਆ। ਹੁੱਕਾ ਪੀਣ ਵਾਲੇ ਤੇ ਸਿਰ ਮੂੰਹ ਮੁੰਨੇ ਸ਼ਰਾਬੀ ਕਬਾਬੀ ਵੀ ਅੰਮ੍ਰਿਤ ਛਕ ਕੇ ਸਿੰਘ ਸੱਜ ਗਏ। ਮੋਨਾ ਲਹਿਰ ਦੇ ਆਗੂਆਂ ਨੇ ਅਮਰੀਕਾ ਵਿੱਚ ਮਾਇਆ ਦਾ ਲਾਲਚ ਦੇ ਕੇ ਲਾਲਚੀਆਂ ਦੇ ਟੋਪੀਆਂ ਪਵਾਈਆਂ ਸਨ। ਕੈਨੇਡਾ ਵਿੱਚ ਇਹਨਾਂ ਦਾ ਜ਼ੋਰ ਨਹੀਂ ਸੀ ਪੈਂਦਾ ਅਤੇ ਅਮਰੀਕਾ ਵਿੱਚ ਕੋਈ ਸਿੱਖ ਧਾਰਮਿਕ ਸੁਸਾਇਟੀ ਨਹੀਂ ਸੀ। ਬਾਬਾ ਸੋਹਣ ਸਿੰਘ ਭਕਨਾ ਨੇ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵੱਲੋਂ ਕੀਤੇ ਕੰਮ ਦੀ ਸ਼ਲਾਘਾ ਇਨ੍ਹਾਂ ਸ਼ਬਦਾਂ ਵਿੱਚ ਕੀਤੀ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਦੀ ਸੱਚਾਈ ਤੇ ਤਿਆਗ ਨੇ ਕੁਝ ਮਹੀਨਿਆਂ ਵਿੱਚ ਹੀ ਉਹ ਕਰਕੇ ਦਿਖਾ ਦਿੱਤਾ ਕਿ ਇਸ ਦੀ ਉਸ ਦੇ ਵੈਰੀਆਂ ਨੂੰ ਕਦੇ ਆਸ ਤੱਕ ਨਹੀਂ ਸੀ ਭਈ ਇਹ ਵੀ ਇਹੋ ਜਿਹਾ ਕੰਮ ਕਰ ਸਕਣਗੇ। ਗੁਰਦੁਆਰਾ ਕਮੇਟੀ ਨੇ ਆਪਣੇ ਕੰਮ ਦੀ ਬਰਕਤ ਨਾਲ ਕੈਨੇਡਾ ਵਾਸੀ ਵਿਰੋਧੀ ਗੋਰਿਆਂ ਦੇ ਮੂੰਹ ਬੰਦ ਕਰ ਦਿੱਤੇ। ਸਟਾਕਟਨ ਵਿਖੇ ਗੁਰਦੁਆਰਾ ਸਾਹਿਬ ਦੀ ਸਥਾਪਨਾ। ਕੈਨੇਡਾ ਦੇ ਸਿੱਖਾਂ ਤੋਂ ਉਤਸ਼ਾਹਤ ਹੋ ਕੇ ਅਮਰੀਕਾ ਦੇ ਸਿੱਖ ਆਵਾਸੀਆਂ ਦੇ ਮਨ ਵਿੱਚ ਵੀ ਇਹ ਸੂਖਮ ਅਹਿਸਾਸ ਪ੍ਰਫੁੱਲਤ ਹੋ ਗਿਆ ਸੀ ਕਿ ਇੱਕ ਕੇਂਦਰੀ ਗੁਰਦੁਆਰੇ ਦੀ ਉਸਾਰੀ ਬਗੈਰ ਅਮਰੀਕਾ ਦੀ ਧਰਤੀ ਤੇ ਸਿੱਖਾਂ ਦੀ ਹੋਂਦ ਨਹੀਂ ਬਚਾਈ ਜਾ ਸਕਦੀ। ਅਮਰੀਕਾ ਅੰਦਰ ਜਿਉਂ-ਜਿਉਂ ਅੰਮ੍ਰਿਤ ਪ੍ਰਚਾਰ ਦੀ ਲਹਿਰ ਰਾਹੀਂ ਗੁਰਮਤਿ ਚੇਤਨਾ ਦਾ ਪਸਾਰ ਹੁੰਦਾ ਗਿਆ, ਤਿਉਂ-ਤਿਉਂ ਉਹ ਸੁਪਨਾ ਹਕੀਕਤ ਵਿੱਚ ਬਦਲਦਾ ਗਿਆ। ਅਮਰੀਕਾ ਦੀ ਧਰਤੀ ਤੇ ਸਟਾਕਟਨ ਸ਼ਹਿਰ ਵਿੱਚ ਪਹਿਲਾ ਗੁਰਦੁਆਰਾ ਉਸਾਰਨ ਦਾ ਕਾਰਜ ਪ੍ਰੋਫੈਸਰ ਤੇਜਾ ਸਿੰਘ, ਬਾਬਾ ਵਿਸਾਖਾ ਸਿੰਘ ਦਦੇਰ ਤੇ ਬਾਬਾ ਜਵਾਲਾ ਸਿੰਘ ਠੱਠੀਆਂ ਹੋਰਾਂ ਦੀ ਹਿੰਮਤ ਤੇ ਪਹਿਲ ਕਦਮੀ ਨਾਲ ਨੇਪਰੇ ਚੜ੍ਹਿਆ ਸੀ। ਬਾਬਾ ਵਿਸਾਖਾ ਸਿੰਘ ਤੇ ਬਾਬਾ ਜਵਾਲਾ ਸਿੰਘ ਨੇ 1908-9 ਵਿੱਚ ਅਮਰੀਕਾ ਜਾ ਕੇ ਕੈਲੀਫੋਰਨੀਆ ਵਿੱਚ ਸਟਾਕਟਨ ਦੇ ਨੇੜੇ ਹੋਲਟਵਿਲ ਵਿਖੇ ਹਜ਼ਾਰਾਂ ਏਕੜਾਂ ਦਾ ਫਾਰਮ ਠੇਕੇ ਤੇ ਲੈ ਕੇ ਆਲੂਆਂ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਸੀ। ਇਹਨਾਂ ਨੂੰ ਉੱਥੇ ਉਸ ਵੇਲੇ ਵਿੱਚ ਆਲੂਆਂ ਦੇ ਬਾਦਸ਼ਾਹ, ਪੋਟੈਟੋ ਕਿੰਗ ਕਿਹਾ ਜਾਂਦਾ ਸੀ। ਪਿੱਛੋਂ ਜਾ ਕੇ ਉਹਨਾਂ ਨਾਲ ਭਾਈ ਸੰਤੋਖ ਸਿੰਘ ਧਰਦਿਓ ਵੀ ਜੁੜ ਗਏ ਸਨ। ਪ੍ਰੋਫੈਸਰ ਤੇਜਾ ਸਿੰਘ ਨੇ ਇਹਨਾਂ ਗੁਰਮੁਖਾਂ ਦੀ ਰਹਿਣੀ ਬਹਿਣੀ ਦਾ ਜ਼ਿਕਰ ਕਰਦੇ ਲਿਖਿਆ ਹੈ ਕਿ ਉਹ ਆਪਣੇ ਹੱਥੀਂ ਬਣਾਏ ਲੱਕੜੀ ਦੇ ਘਰਾਂ ਵਿੱਚ ਰਹਿੰਦੇ ਸਨ। ਇਹਨਾਂ ਸੱਜਣਾਂ ਦੀ ਰਹੁ ਰੀਤ, ਕਿਰਿਆ ਤੇ ਮਰਜ਼ਾਦਾ ਪੁਰਾਣੇ ਗੁਰਸਿੱਖਾਂ ਦੇ ਜੀਵਨ ਦੀ ਇੱਕ ਪ੍ਰਤੱਖ ਝਾਕੀ ਸੀ। ਮਾਈ ਭਾਈ ਦਾ ਭੈਣ ਭਰਾਵਾਂ ਵਾਂਗ ਇਕੱਠੇ ਰਹਿਣਾ ਅਤੇ ਕਿਰਤ ਕਰਕੇ ਵੰਡ ਛਕਣਾ ਗੁਰਸਿੱਖ ਮੀਤ ਚਲੋ ਗੁਰਚਾਲੀ ਦੀ ਜਿਉਂਦੀ ਜਾਗਦੀ ਮਿਸਾਲ ਸੀ। ਇਹਨਾਂ ਦੇ ਫਾਰਮ ਨੂੰ ਭਾਈਆਂ ਦਾ ਡੇਰਾ ਕਿਹਾ ਜਾਣ ਲੱਗਾ, ਜਿੱਥੇ ਕੋਈ ਵੀ ਲੋੜਵੰਦ ਬਿਨਾਂ ਕਿਸੇ ਧਰਮ ਤੇ ਜਾਤ ਦਾ ਭੇਦ ਕੀਤਿਆਂ ਜਦ ਚਾਹੇ ਅੰਨ ਪਾਣੀ ਛਕ ਸਕਦਾ ਅਤੇ ਜਿੰਨੇ ਦਿਨ ਮਰਜ਼ੀ ਵਿਸ਼ਰਾਮ ਕਰ ਸਕਦਾ ਸੀ। ਡੇਰੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ 2 ਸਰੂਪ ਪ੍ਰਕਾਸ਼ ਕੀਤੇ ਹੋਏ ਸਨ ਅਤੇ ਉਹਨਾਂ ਦੀ ਪਾਵਨ ਹਜ਼ੂਰੀ ਵਿੱਚ ਨੇਮ ਨਾਲ ਸਤਸੰਗ ਹੋਇਆ ਕਰਦਾ ਸੀ। 1910 ਦੇ ਅਖੀਰ ਜਿਹੇ ਵਿੱਚ ਬਾਬਾ ਵਿਸਾਖਾ ਸਿੰਘ, ਬਾਬਾ ਜਵਾਲਾ ਸਿੰਘ, ਭਾਈ ਸੰਤੋਖ ਸਿੰਘ, ਭਾਈ ਹਜ਼ਾਰਾ ਸਿੰਘ ਦਦੇਰ ਆਦਿ ਨੇ ਰਲ ਕੇ ਸਲਾਹ ਕੀਤੀ ਕਿ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਰਲ ਕੇ ਸਟਾਕਟਨ ਸ਼ਹਿਰ ਵਿਖੇ ਗੁਰਦੁਆਰਾ ਸਾਹਿਬ ਉਸਾਰਿਆ ਜਾਵੇ। ਇਸ ਨੇਕ ਮਨੋਰਥ ਨੂੰ ਮੁੱਖ ਰੱਖਦੇ ਹੋਏ 27 ਦਸੰਬਰ 1911 ਨੂੰ ਪੌ ਸੁਦੀ 7ਵੀਂ ਦੇ ਮੁਤਾਬਕ ਦਿਹਾੜੇ ਤੇ ਹੋਲਟ ਫਾਰਮ ਉੱਤੇ 10ਵੇਂ ਪਾਤਸ਼ਾਹ ਦਾ ਜਨਮ ਪੁਰਬ ਪੂਰੀ ਧੂਮ ਧਾਮ ਨਾਲ ਮਨਾਉਣ ਦਾ ਫੈਸਲਾ ਹੋਇਆ। ਨੇੜੇ ਤੇੜੇ ਵਸਦੇ ਸਾਰੇ ਧਰਮਾਂ ਦੇ ਹਿੰਦੁਸਤਾਨੀ ਭਰਾਵਾਂ ਨੂੰ ਬਹੁਤ ਦਿਨ ਪਹਿਲਾਂ ਹੀ ਬਕਾਇਦਾ ਸੱਦਾ ਪੱਤਰ ਭੇਜੇ ਗਏ। ਉਸ ਸਮਾਗਮ ਉੱਤੇ ਸਟਾਕਟਨ ਵਿਖੇ ਗੁਰਦੁਆਰਾ ਸਾਹਿਬ ਸਥਾਪਿਤ ਕਰਨ ਦਾ ਗੁਰਮਤਾ ਪਾਸ ਹੋਇਆ। ਇਸ ਮੰਤਵ ਲਈ ਸੰਗਤਾਂ ਕੋਲੋਂ ਮਾਇਆ ਉਗਰਾਉਣ ਵਾਸਤੇ ਇੱਕ ਕਮੇਟੀ ਮੁਕਰਰ ਕਰ ਦਿੱਤੀ। ਇਸ ਵਿੱਚ ਬਾਬਾ ਵਿਸਾਖਾ ਸਿੰਘ, ਬਾਬਾ ਜਵਾਲਾ ਸਿੰਘ, ਭਾਈ ਤਾਰਾ ਸਿੰਘ, ਭਾਈ ਬਾਵਾ ਸਿੰਘ ਆਦਿ ਗੁਰਮੁਖ ਸ਼ਾਮਲ ਕੀਤੇ ਗਏ। ਗੁਰਮਤਾ ਹੋਣ ਦੀ ਦੇਰ ਸੀ ਕਿ ਗੁਰਦੁਆਰਾ ਸਾਹਿਬ ਦੀ ਸੇਵਾ
ਬੜੇ ਉਤਸ਼ਾਹ ਨਾਲ ਸ਼ੁਰੂ ਹੋ ਗਏ। ਬਾਬਾ ਵਿਸਾਖਾ ਸਿੰਘ, ਪ੍ਰੋਫੈਸਰ ਤੇਜਾ ਸਿੰਘ, ਭਾਈ ਤਾਰਾ ਸਿੰਘ ਤੇ ਭਾਈ ਬਾਵਾ ਸਿੰਘ ਆਦਿ ਨੇ ਫਾਰਮਾਂ ਵਿੱਚ ਫਿਰ ਕੇ ਬੜੇ ਪ੍ਰੇਮ ਨਾਲ ਉਗਰਾਹੀ ਕੀਤੀ। ਥੋੜੇ ਹੀ ਦਿਨਾਂ ਮਗਰੋਂ ਇੱਕ ਬੜਾ ਖੁੱਲ੍ਹਾ ਜ਼ਮੀਨ ਦਾ ਟੁਕੜਾ, ਜਿਸ ਵਿੱਚ ਇੱਕ ਬੜੀ ਸੁੰਦਰ ਕੋਠੀ ਤੇ ਪਾਉਣ ਨਾਲ ਪਾਣੀ ਕੱਢਣ ਵਾਲੀ ਮਸ਼ੀਨ ਲੱਗੀ ਹੋਈ ਸੀ, $3400 ਤੋਂ ਗੁਰਦੁਆਰਾ ਸਾਹਿਬ ਨਿਮਿਤ ਮੁੱਲ ਲਿਆ ਗਿਆ। ਪਿੱਛੋਂ ਇਸੇ ਹੀ ਜਗ੍ਹਾ ਤੇ ਖਾਲਸਾ ਜੀ ਨੇ $20,000 ਖਰਚ ਕੇ ਬੜੀ ਸੋਹਣੀ ਇਮਾਰਤ ਗੁਰਦੁਆਰਾ ਸਾਹਿਬ ਲਈ ਬਣਾਈ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਨਿਸ਼ਾਨ ਸਾਹਿਬ ਝੁਲਾਇਆ। ਗੁਰਦੁਆਰੇ ਵਿੱਚ ਆਏ ਗਏ ਵਾਸਤੇ ਲੰਗਰ ਵੀ ਖੁੱਲ੍ਹ ਗਿਆ। ਕਈ ਗਰੀਬ ਗੋਰੇ ਵੀ ਔਕੜ ਵੇਲੇ ਗੁਰੂ ਦੀ ਦੇਗ ਵਿੱਚੋਂ ਪ੍ਰਸ਼ਾਦ ਛਕਣ ਲੱਗ ਪਏ। ਹੁਣ ਇਲਾਕੇ ਵਿੱਚ ਕਈ ਜਗ੍ਹਾ ਅੰਮ੍ਰਿਤ ਪ੍ਰਚਾਰ ਹੋਇਆ। ਬਹੁਤ ਸਾਰੇ ਵੀਰ ਰਹਿਤ ਬਹਿਤ ਵਿੱਚ ਪਰਪੱਕ ਹੋ ਗਏ। ਇਸ ਤਰੀਕੇ ਨਾਲ ਸਿੱਖਾਂ ਨੇ ਕੈਨੇਡਾ ਤੇ ਅਮਰੀਕਾ ਅੰਦਰ ਆਪਣੀ ਨਿਆਰੀ ਹੋਣ ਤੇ ਹਸਤੀ ਦੀ ਰੱਖਿਆ ਕਰਨ ਲਈ ਧਰਮ ਪ੍ਰਚਾਰ ਦੀ ਪੁਰਜੋਸ਼ ਲਹਿਰ ਚਲਾਈ। ਹਿੰਦੁਸਤਾਨ ਦੇ ਕਿਸੇ ਹੋਰ ਧਾਰਮਿਕ ਫਿਰਕੇ, ਹਿੰਦੂਆਂ ਜਾਂ ਮੁਸਲਮਾਨਾਂ ਨੇ ਅਜਿਹਾ ਨਹੀਂ ਕੀਤਾ। ਕਾਰਨ ਇਹ ਕਿ ਸਿੱਖਾਂ ਨੂੰ ਛੱਡ ਕੇ ਹੋਰ ਕਿਸੇ ਧਾਰਮਿਕ ਵਰਗ ਦਾ ਆਪਣੇ ਵਿਲੱਖਣ ਸਰੂਪ ਨਾਲ ਇਤਨਾ ਗੂੜਾ ਪ੍ਰੇਮ ਨਹੀਂ ਹੈ। ਨਸਲੀ ਭੇਦ-ਭਾਵ ਬਾਰੇ ਸਿੱਖ ਤੇ ਹਿੰਦੂ ਦ੍ਰਿਸ਼ਟੀਕੋਣ ਦਾ ਵਖਰੇਵਾਂ। ਨਸਲੀ ਭੇਦ-ਭਾਵ ਬਾਰੇ ਸਿੱਖਾਂ ਤੇ ਹਿੰਦੂਆਂ ਦੇ ਨਜ਼ਰੀਏ ਵਿੱਚ ਅਹਿਮ ਫਰਕ ਹੈ। ਸਿੱਖ ਧਰਮ ਮਨੁੱਖੀ ਬਰਾਬਰੀ ਦੇ ਸਿਧਾਂਤ ਵਿੱਚ ਪੂਰਨ ਵਿਸ਼ਵਾਸ ਪ੍ਰਗਟਾਉਂਦਾ ਹੈ। ਇਸ ਅੰਦਰ ਰੰਗ, ਨਸਲ, ਧਰਮ, ਜਾਤ ਅਤੇ ਲਿੰਗ ਆਦਿ ਦੇ ਆਧਾਰ ਤੇ ਭੇਦ-ਭਾਵ ਦੀ ਪੂਰਨ ਮਨਾਹੀ ਹੈ। ਗੁਰੂ ਸਾਹਿਬਾਨ ਨੇ ਸਾਰੀ ਮਨੁੱਖ ਜਾਤੀ ਨੂੰ ਇੱਕੋ ਦ੍ਰਿਸ਼ਟੀ ਨਾਲ ਦੇਖਣ ਦੀ ਸਿੱਖਿਆ ਦਿੱਤੀ ਹੈ। ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ। ਇਸ ਕਰਕੇ ਨਸਲੀ ਭੇਦ-ਭਾਵ ਦਾ ਵਿਰੋਧ ਸਿੱਖਾਂ ਦੇ ਧਾਰਮਿਕ ਅਕੀਦੇ ਨਾਲ ਜੁੜਿਆ ਹੋਇਆ ਹੈ। ਸਿੱਖਾਂ ਲਈ ਨਸਲੀ ਵਿਤਕਰੇ ਦਾ ਵਿਰੋਧ ਕਰਨਾ, ਆਪਣੇ ਧਾਰਮਿਕ ਵਿਸ਼ਵਾਸ ਦੀ ਪਾਲਣਾ ਕਰਨਾ ਅਥਵਾ ਆਪਣੇ ਗੁਰੂਆਂ ਦੇ ਉਪਦੇਸ਼ਾਂ ਦਾ ਆਗਿਆ ਪਾਲਣ ਕਰਨਾ ਹੈ। ਉਹਨਾਂ ਲਈ ਇਹ ਗੱਲ ਮੂਲ ਇਨਸਾਨੀ ਗੁਣ ਦਾ ਮਹੱਤਵ ਰੱਖਦੀ ਹੈ। ਇਸ ਦੇ ਉਲਟ ਹਿੰਦੂ ਧਰਮ ਮਨੁੱਖੀ ਬਰਾਬਰੀ ਦੇ ਸਿਧਾਂਤ ਦਾ ਧਾਰਨੀ ਨਹੀਂ ਹੈ। ਹਿੰਦੂ ਧਾਰਮਿਕ ਗ੍ਰੰਥਾਂ ਅੰਦਰ ਊਚ ਨੀਚ ਦੇ ਸਿਧਾਂਤ ਦੀ ਖੁੱਲ੍ਹੇਆਮ ਵਕਾਲਤ ਕੀਤੀ ਗਈ ਹੈ। ਬ੍ਰਾਹਮਣਵਾਦੀ ਹਿੰਦੂ ਧਰਮ ਦੁਨੀਆ ਦਾ ਇੱਕੋ ਇੱਕ ਮਜ਼ਹਬ ਹੈ ਜਿਹੜਾ ਸਮਾਜਿਕ ਨਾ ਬਰਾਬਰੀ ਦੇ ਸਰਬ ਵਿਆਪੀ ਰੂਪ ਵਿੱਚ ਨਿਸ਼ਚਾ ਪ੍ਰਗਟਾਉਂਦਾ, ਇਸ ਦਾ ਉਪਦੇਸ਼ ਦਿੰਦਾ ਤੇ ਇਸ ਉੱਤੇ ਢੀਠਤਾਈ ਨਾਲ ਅਮਲ ਕਰਦਾ ਹੈ। ਬਾਕੀ ਧਰਮਾਂ ਵਿੱਚ ਨਿਸ਼ਚੇ ਤੇ ਅਮਲ ਵਿੱਚ ਪਾੜਾ ਪ੍ਰਗਟ ਹੁੰਦਾ ਹੈ, ਪਰ ਇੱਥੇ ਨਿਸ਼ਚੇ ਤੇ ਅਮਲ ਦਾ ਸੁਮੇਲ ਹੈ। ਇਸ ਕਰਕੇ ਹਿੰਦੂ ਬ੍ਰਾਹਮਣੀ ਧਰਮ ਤੇ ਸੱਭਿਆਚਾਰ ਸਮਾਜੀ ਊਚ ਨੀਚ ਵਿਤਕਰੇ ਤੇ ਦਾਬੇ ਦਾ ਵੱਡਾ ਮਾਧਿਅਮ ਹੈ। ਹਿੰਦੂ ਧਰਮ ਵਿੱਚ ਨਿਸ਼ਚੇ ਪ੍ਰਗਟਾਉਣ ਦਾ ਮਤਲਬ ਹੀ ਸਮਾਜਿਕ ਨਾ ਬਰਾਬਰੀ ਨੂੰ ਮਾਨਤਾ ਦੇਣਾ ਹੈ। ਇਸ ਕਰਕੇ ਜਿੱਥੇ ਸਿੱਖ ਗਦਰੀਆਂ ਨੇ ਆਪਣੀਆਂ ਲਿਖਤਾਂ ਅੰਦਰ ਉਹਨਾਂ ਨਾਲ ਹੋਈਆਂ ਨਸਲੀ ਭੇਦ-ਭਾਵ ਦੀਆਂ ਵਾਰਦਾਤਾਂ ਦਾ ਖੁੱਲ੍ਹ ਕੇ ਜ਼ਿਕਰ ਕੀਤਾ ਹੈ ਅਤੇ ਇਸ ਨੂੰ ਗੈਰ ਮਨੁੱਖੀ ਕਰਮ ਗਰਦਾਨਿਆ ਹੋਇਆ ਇਸ ਦੀ ਪੜਚੋਲ ਕੀਤੀ ਹੈ, ਉੱਥੇ ਸਮਕਾਲੀ ਹਿੰਦੂ ਰਾਸ਼ਟਰਵਾਦੀਆਂ ਦੀਆਂ ਲਿਖਤਾਂ ਵਿੱਚੋਂ ਇਹ ਅੰਸ਼ ਲਗਭਗ ਗਾਇਬ ਹੈ। ਉਹਨਾਂ ਨੇ ਵੱਧ ਜ਼ੋਰ ਅੰਗਰੇਜ਼ਾਂ ਦੀ ਰਾਜਸੀ ਗੁਲਾਮੀ ਨੂੰ ਭੰਡਣ ਅਤੇ ਇਸ ਵਿਰੁੱਧ ਰਾਜਸੀ ਜਜ਼ਬਾ ਉਭਾਰਨ ਤੇ ਲਾਇਆ। ਖੁਦ ਜਾਤ-ਪਾਤੀ ਵਿਚਾਰਧਾਰਾ ਦੇ ਪੈਰੋਕਾਰ ਤੇ ਅਭਿਆਸੀ ਹੋਣ ਕਰਕੇ ਉਹਨਾਂ ਲਈ ਨਸਲੀ ਭੇਦ-ਭਾਵ ਦਾ ਦ੍ਰਿੜ ਵਿਰੋਧ ਕਰਨਾ ਮੁਸ਼ਕਲ ਸੀ। ਇਸ ਕਰਕੇ ਉਹਨਾਂ ਨੇ ਇਸ ਮਸਲੇ ਬਾਰੇ ਨਾ ਕੇਵਲ ਟਾਲੂ ਰਵੱਈਆ ਧਾਰਨ ਕੀਤਾ, ਸਗੋਂ ਨਸਲੀ ਸਮੱਸਿਆ ਤੋਂ ਇਨਕਾਰੀ ਹੋਣ ਦੇ ਯਤਨ ਵੀ ਕੀਤੇ। ਬਾਬਾ ਸੋਹਣ ਸਿੰਘ ਭਕਨਾ ਨੇ ਲਿਖਿਆ ਹੈ ਕਿ ਲਾਲਾ ਲਾਜਪਤ ਰਾਏ ਨੇ ਅਮਰੀਕਨ ਗੋਰਿਆਂ ਵੱਲੋਂ ਸਿੱਖਾਂ ਨਾਲ ਕੀਤੇ ਜਾਂਦੇ ਵਿਤਕਰੇ ਤੇ ਨਫ਼ਰਤ ਦਾ ਕਾਰਨ ਇਹ ਦੱਸਿਆ ਸੀ ਕਿ ਇੱਕ ਤਾਂ ਉਹ ਦਾੜੇ, ਕੇਸ ਤੇ ਦਸਤਾਰਿਆਂ ਕਾਰਨ ਮੈਲੇ ਕੁਚੈਲੇ ਰਹਿੰਦੇ ਸਨ, ਦੂਜਾ ਉਹਨਾਂ ਦਾ ਚਾਲ ਚੱਲਣ ਵੀ ਹੋਰਨਾਂ ਹਿੰਦੀਆਂ ਨਾਲੋਂ ਵਧੇਰੇ ਨਖਿੱਧ ਸੀ। ਲਾਲੇ ਦੇ ਕਹਿਣ ਦਾ ਸਪਸ਼ਟ ਭਾਵ ਇਹ ਸੀ ਕਿ ਗੋਰਿਆਂ ਦੀ ਸਿੱਖਾਂ ਪ੍ਰਤੀ ਨਫ਼ਰਤ ਗੋਰਿਆਂ ਦੇ ਨਸਲੀ ਹੰਕਾਰ ਦਾ ਪ੍ਰਗਟਾਵਾ ਨਹੀਂ ਸੀ, ਬਲਕਿ ਸਿੱਖਾਂ ਦੇ ਭੱਦੇ ਸਰੂਪ ਤੇ ਮਾੜੇ ਚਾਲ ਚੱਲਣ ਦਾ ਨਤੀਜਾ ਸੀ। ਬਾਬਾ ਭਕਨਾ ਨੇ ਲਾਲਾ ਲਾਜਪਤ ਰਾਏ ਦੀ ਸਿੱਖਾਂ ਬਾਰੇ ਇਸ ਤੁਅੱਸਬਗ੍ਰਸੀ ਧਾਰਨਾ ਦਾ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਜਿਹੜੇ ਹਿੰਦੁਸਤਾਨੀ ਮਜ਼ਦੂਰਾਂ ਨੂੰ ਅਲਬਰਟ ਤੇ ਵਿਲੀਅਮ ਦੇ ਕਾਰਖਾਨਿਆਂ ਵਿੱਚੋਂ ਕੁੱਟ ਕੇ ਭਜਾ ਦਿੱਤਾ ਗਿਆ ਸੀ, ਉਹ ਦਸਤਾਰਿਆਂ ਵਾਲੇ ਨਹੀਂ ਸਨ, ਸਗੋਂ ਟੋਪੀਆਂ ਵਾਲੇ ਜੈਂਟਲਮੈਨ ਹਿੰਦੀ ਹੀ ਸਨ ਜਿਨ੍ਹਾਂ ਦੀ ਇਹ ਦੁਰਗਤ ਹੋਈ। ਲਾਲਾ ਲਾਜਪਤ ਰਾਏ ਦੀ ਸਿੱਖਾਂ ਬਾਰੇ ਉਪਰੋਕਤ ਅਪਮਾਨਜਨਕ ਧਾਰਨਾ ਭੁੱਲ ਭੁਲੇਖੇ ਨਹੀਂ ਬਣੀ ਸੀ।
ਇਸ ਪਿੱਛੇ ਹਿੰਦੂ ਉੱਚ ਜਾਤੀਆਂ ਦਾ ਵਿਚਾਰਧਾਰਕ ਦ੍ਰਿਸ਼ਟੀਕੋਣ ਕੰਮ ਕਰਦਾ ਸੀ। ਹਿੰਦੂ ਸਵਰਨ ਜਾਤੀਆਂ ਦਾ ਇਹ ਨਿਸ਼ਚਿਤ ਵਿਚਾਰ ਸੀ ਹੈ ਕਿ ਉਹਨਾਂ ਦਾ ਖੂਨ ਸ਼ੁੱਧ ਆਰੀਅਨ ਹੈ ਅਤੇ ਗੈਰ ਆਰੀਅਨ ਨਸਲਾਂ ਦਾ ਦਰਜਾ ਉਹਨਾਂ ਨਾਲੋਂ ਨੀਵਾਂ ਹੈ। ਇਸ ਆਰੀਅਨ ਖੂਨ ਦੀ ਸਾਂਝ ਦੇ ਆਧਾਰ ਤੇ ਹਿੰਦੂ ਉੱਚ ਜਾਤੀਆਂ ਦੇ ਲੋਕ ਆਪਣੇ ਆਪ ਨੂੰ ਗੋਰੀ ਨਸਲ ਦੇ ਬਰਾਬਰ ਸਮਝਦੇ ਸਨ। ਮਹਾਤਮਾ ਗਾਂਧੀ ਨੇ ਦੱਖਣੀ ਅਫਰੀਕਾ ਅੰਦਰ ਗੋਰਿਆਂ ਵੱਲੋਂ ਉਹਨਾਂ ਨਾਲ ਕੀਤੇ ਜਾਂਦੇ ਨਸਲੀ ਵਿਤਕਰੇ ਤੇ ਇਤਰਾਜ਼ ਕਰਨ ਦਾ ਇਹੀ ਆਧਾਰ ਦਿੱਤਾ ਸੀ। ਉਸ ਨੇ ਯੂਰਪੀ ਗੋਰਿਆਂ ਨਾਲ ਹਿੰਦੂਆਂ ਦੀ ਆਰੀਆਈ ਖੂਨ ਦੀ ਸਾਂਝ ਦਾ ਵਾਸਤਾ ਪਾਇਆ ਸੀ। 19ਵੀਂ ਸਦੀ ਅੰਦਰ ਜਦੋਂ ਅਮਰੀਕਾ ਅੰਦਰ ਕੇਵਲ ਸ਼ੁੱਧ ਆਰੀਆ ਨਸਲਾਂ ਨੂੰ ਹੀ ਨਾਗਰਿਕਤਾ ਦੇ ਅਧਿਕਾਰ ਹਾਸਲ ਸਨ, ਤਾਂ ਉਸ ਵੇਲੇ ਅਖਾਏ ਕੁਮਾਰ ਮਜੂਮਦਾਰ ਨਾਂ ਦੇ ਬੰਗਾਲੀ ਬ੍ਰਾਹਮਣ ਨੇ ਅਦਾਲਤ ਅੰਦਰ ਆਪਣੀ ਸ਼ੁੱਧ ਆਰੀਆ ਨਸਲ ਦਾ ਦਾਅਵਾ ਜਤਾ ਕੇ ਹੀ ਅਮਰੀਕਾ ਦੀ ਨਾਗਰਿਕਤਾ ਲੈਣ ਵਿੱਚ ਝੰਡੀ ਹਾਸਲ ਕੀਤੀ ਸੀ। ਉਸ ਨੇ ਦਲੀਲ ਦਿੱਤੀ ਸੀ ਕਿ ਮੈਂ ਉੱਚ ਜਾਤੀ ਚੋਂ ਹਾਂ, ਜਦੋਂ ਕਿ ਇਸ ਦੇਸ਼ ਅਮਰੀਕਾ ਅੰਦਰਲੇ ਹਿੰਦੂਆਂ ਚੋਂ ਜ਼ਿਆਦਾਤਰ ਉੱਚੀ ਜਾਤ ਦੇ ਹਿੰਦੂ ਨਹੀਂ ਹਨ, ਜਿਨ੍ਹਾਂ ਨੂੰ ਸਿੱਖ ਕਿਹਾ ਜਾਂਦਾ ਹੈ। ਉਹ ਰਲੇ ਮਿਲੇ ਖੂਨ ਵਾਲੇ ਬੇਰੜੇ ਹਨ। ਉਹ ਮਜ਼ਦੂਰ ਵਰਗ ਹੈ ਜਿਹੜੇ ਸਖਤ ਜਿਸਮਾਨੀ ਕਿਰਤ ਕਰਦੇ ਹਨ। ਉਹ ਬਿਲਕੁਲ ਹੀ ਉੱਚੀ ਜਾਤ ਚੋਂ ਨਹੀਂ ਹਨ। ਉਹਨਾਂ ਦੀ ਜਮਾਤ ਬਿਲਕੁਲ ਵੱਖਰੀ ਹੈ। ਉਹਨਾਂ ਦਾ ਧਰਮ ਵੱਖਰਾ ਹੈ ਅਤੇ ਕੁਲ ਵੱਖਰੀ ਹੈ। ਉੱਚੀਆਂ ਜਾਤਾਂ ਦੇ ਹਿੰਦੂ ਆਪਣੇ ਆਪ ਨੂੰ ਹਮੇਸ਼ਾ ਆਰੀਆ ਨਸਲ ਦੇ ਮੈਂਬਰ ਸਮਝਦੇ ਹਨ। ਇਸ ਤਰ੍ਹਾਂ ਅਮਰੀਕੀ ਅਦਾਲਤ ਨੇ ਅਖਾਏ ਕੁਮਾਰ ਮਜੂਮਦਾਰ ਦਾ ਨਸਲੀ ਸ਼ੁੱਧਤਾ ਤੇ ਉੱਚਤਾ ਦਾ ਦਾਅਵਾ ਕਬੂਲ ਕਰਦਿਆਂ ਹੋਇਆਂ ਉਸ ਨੂੰ ਅਮਰੀਕੀ ਨਾਗਰਿਕਤਾ ਦੇ ਦਿੱਤੀ ਸੀ। ਮਜੂਮਦਾਰ ਦੇ ਉਕਤ ਬਿਆਨ ਚੋਂ ਉੱਚ ਜਾਤੀ ਹਿੰਦੂਆਂ ਦੇ ਮਨਾਂ ਅੰਦਰ ਕੁੱਟ-ਕੁੱਟ ਕੇ ਭਰਿਆ ਨਸਲੀ ਗਰੂਰ ਸਪਸ਼ਟ ਰੂਪਮਾਨ ਹੁੰਦਾ ਹੈ। ਨੋਟ 1914 ਵਿੱਚ ਜਦੋਂ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਦੀ ਸਿਫਾਰਿਸ਼ ਉੱਤੇ ਲਾਲਾ ਹਰਦਿਆਲ ਤੇ ਡਾਕਟਰ ਸੁਦੇਂਦਰ ਬੋਸ ਵਾਸ਼ਿੰਗਟਨ ਵਿਖੇ ਕਾਂਗਰਸ ਦੀ ਕਮੇਟੀ ਅੱਗੇ ਭਾਰਤੀ ਆਵਾਸੀਆਂ ਦਾ ਪੱਖ ਪੇਸ਼ ਕਰਨ ਗਏ ਸਨ, ਤਾਂ ਡਾਕਟਰ ਬੋਸ ਨੇ 14 ਫਰਵਰੀ ਨੂੰ ਕਮੇਟੀ ਅੱਗੇ ਆਰੀਆ ਨਸਲ ਦੀ ਹੀ ਦਲੀਲ ਦਿੱਤੀ ਸੀ, ਜਿਸ ਨਾਲ ਸਿੱਖਾਂ ਦਾ ਕੇਸ ਸਗੋਂ ਕਮਜ਼ੋਰ ਹੋ ਗਿਆ ਸੀ। ਤੂਫਾਨਾਂ ਦਾ ਸ਼ਾਹ ਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ, ਲੇਖਕ ਸਰਦਾਰ ਅਜਮੇਰ ਸਿੰਘ, ਭਾਗ 9ਵਾਂ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਵਾਸਤੇ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।